ਵੀਡੀਓ ਦੇਖਦੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦਾ ਸਾਡਾ ਟੌਪਿਕ ਹੈ ਸੈਲਫ ਮੈਨੇਜਮੈਂਟ ਸਕਿੱਲ। ਸੈਲਫ ਮੈਨੇਜਮੈਂਟ ਸਕਿੱਲ ਕਹਿੰਦੇ ਸੈਲਫ ਮੈਨੇਜਮੈਂਟ ਸਕਿੱਲ ਮੀਨਸ ਅੰਡਰਸਟੈਂਡਿੰਗ yourself, understanding your interest and abilities, having positive attitude। ਮਤਲਬ ਤੁਹਾਨੂੰ ਤੁਹਾਡੀ ਐਬਿਲਿਟੀਜ਼ ਦਾ ਪਤਾ ਹੋਣਾ, ਤੁਹਾਡੇ ਇੰਟਰਸਟ ਲੈਵਲਸ ਦਾ ਪਤਾ ਹੋਣਾ, ਤੁਸੀਂ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹੋ, ਕੀ ਨਹੀਂ ਕਰਨਾ ਚਾਹੁੰਦੇ, ਅਤੇ ਤੁਹਾਡੇ ਵਿੱਚ ਇੱਕ ਪੋਜ਼ੀਟਿਵਿਟੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੈਲਫ ਮੈਨੇਜਮੈਂਟ ਸਕਿੱਲ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ। ਅਤੇ ਗਰੂਮਿੰਗ ਯੋਰ ਸੈਲਫ, ਕਿ ਡਰੈਸ ਕਿਵੇਂ ਕਰਕੇ ਰਹਿਣਾ ਤੁਸੀਂ ਆਪਣੇ ਆਪ ਨੂੰ, ਕਿਵੇਂ ਆਪਣੀ ਬੋਡੀ ਲੈਂਗੁਏਜ ਕ੍ਰੀਏਟ ਕਰਨੀ ਹੈ ਤੁਸੀਂ। ਇਹ ਸਾਰਾ ਕੁਝ ਸੈਲਫ ਮੈਨੇਜਮੈਂਟ ਸਕਿੱਲ ਦੇ ਵਿੱਚ ਆਉਂਦਾ ਹੈ। ਸੈਲਫ ਮੈਨੇਜਮੈਂਟ ਸਕਿੱਲ ਸੈਲਫ ਐਨਾਲਿਸਿਸ ਦੇ ਨਾਲ ਬਹੁਤ ਕਲੋਜ਼ਲੀ ਰਿਲੇਟ ਕਰ ਸਕਦੇ ਹੋ। ਸੈਲਫ ਐਨਾਲਿਸਿਸ ਮੀਨਸ ਤੁਸੀਂ ਆਪਣੇ ਆਪ ਨੂੰ ਕਿਵੇਂ ਐਨਾਲਿਸ ਕਰੋਗੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਵਿੱਚ ਕੀ ਸ਼ਮਤਾਵਾਂ ਨੇ, ਤੁਹਾਡੇ ਵਿੱਚ ਕੀ ਬੁਰਾਈਆਂ ਨੇ, ਤੁਹਾਡੇ ਵਿੱਚ ਤੁਹਾਡਾ ਕੌਨਫੀਡੈਂਸ ਲੈਵਲ, ਆਪਣੇ ਆਪ ਨੂੰ ਮੋਟੀਵੇਟ ਕਰਨਾ ਜਾਂ ਪੋਜ਼ੀਟਿਵ ਥਿੰਕਿੰਗ, ਇਹ ਸਾਰਾ ਕੁਝ ਸੈਲਫ ਐਨਾਲਿਸਿਸ ਵਿੱਚ ਆਉਂਦਾ ਹੈ। ਜਿਵੇਂ ਕਿ ਸੈਲਫ ਅਵੇਅਰਨੈਸ। ਸੈਲਫ ਅਵੇਅਰਨੈਸ ਮੀਨਸ ਆਪਣੇ ਆਪ ਦੀ, ਆਪਣੀ ਕਸ਼ਮਤਾਵਾਂ ਦੀ ਜਾਣਕਾਰੀ ਹੋਣਾ। ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਵਿੱਚ ਕੀ ਅੱਛਾ ਹੈ, ਤੁਹਾਡੇ ਵਿੱਚ ਕੀ ਬੁਰਾ ਹੈ। ਤੁਸੀਂ ਆਪਣੀ ਅੱਛਾਈਆਂ ਨੂੰ ਹੋਰ ਜ਼ਿਆਦਾ ਪੋਲਿਸ਼ ਕਰੋ ਅਤੇ ਆਪਣੀ ਬੁਰਾਈਆਂ ਨੂੰ, ਮਤਲਬ ਕਿ ਆਪਣੀ ਨੈਗੇਟਿਵਿਟੀਜ਼ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ ਅਤੇ ਉਸ ਨੂੰ ਪੋਜ਼ੀਟਿਵਿਟੀ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰੋ। ਸੈਲਫ ਕੌਨਫੀਡੈਂਸ ਤੁਹਾਡੀ ਲਾਈਫ ਦੇ ਵਿੱਚ, ਤੁਹਾਡੇ ਕਰੀਅਰ ਦੇ ਵਿੱਚ ਹਰ ਜਗ੍ਹਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਕੋਈ ਵੀ ਕੰਮ ਜੇ ਤੁਸੀਂ ਕੌਨਫੀਡੈਂਟ ਹੋ ਤਾਂ ਤੁਸੀਂ ਆਰਾਮ ਨਾਲ ਕਰ ਲਵੋਗੇ, ਪਰ ਲੈਸ ਕੌਨਫੀਡੈਂਟ ਪਰਸਨ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਪ੍ਰੋਜੈਕਟ ਹੀ ਨਹੀਂ ਕਰ ਸਕਦਾ। ਸੈਲਫ ਮੋਟੀਵੇਸ਼ਨ ਮਤਲਬ ਆਪਣੇ ਆਪ ਨੂੰ ਮੋਟੀਵੇਟ ਕਰੋ। ਤੁਸੀਂ ਆਪਣੇ ਆਪ ਬਾਰੇ ਅਵੇਅਰਡ ਹੋ, ਤੁਸੀਂ ਕੌਨਫੀਡੈਂਟ ਹੋ। ਜੇ ਤੁਸੀਂ ਆਪਣੇ ਆਪ ਨੂੰ ਨਾਲ ਦੀ ਨਾਲ ਮੋਟੀਵੇਟ ਵੀ ਕਰਦੇ ਹੋ, ਮੈਂ ਇਹ ਕਰ ਸਕਦਾ ਹਾਂ, ਮੈਂ ਇਹ ਕਰਾਂਗਾ ਜ਼ਿੰਦਗੀ ਦੇ ਵਿੱਚ, ਮੈਂ ਇਹ ਕਰਨਾ ਹੀ ਕਰਨਾ ਹੈ, ਤਾਂ ਤੁਸੀਂ ਸੋਨੇ 'ਤੇ ਸੁਹਾਗੇ ਵਾਲਾ ਕੰਮ ਕਰਦੇ ਹੋ। ਪੋਜ਼ੀਟਿਵ ਥਿੰਕਿੰਗ, ਅਗੇਨ ਸੋਨੇ 'ਤੇ ਸੁਹਾਗੇ ਵਾਲੀ ਚੀਜ਼। ਜੇਕਰ ਇਹ ਸਾਰੀਆਂ ਚੀਜ਼ਾਂ ਇੱਕ ਦੂਸਰੇ ਦੇ ਨਾਲ ਜੁੜ ਜਾਣ, ਤੁਹਾਡੀ ਸੈਲਫ ਅਵੇਅਰਨੈਸ, ਸੈਲਫ ਕੌਨਫੀਡੈਂਸ, ਸੈਲਫ ਮੋਟੀਵੇਸ਼ਨ, ਅਤੇ ਇਹਦੇ ਨਾਲ ਜੇ ਤੁਸੀਂ ਪੋਜ਼ੀਟਿਵ ਥਿੰਕਿੰਗ ਵਾਲੇ ਪਰਸਨ ਵੀ ਹੋ, ਅਤੇ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਅੱਛਾ ਮੁਕਾਮ ਹਾਸਿਲ ਕਰ ਸਕਦੇ ਹੋ। ਕਿਉਂਕਿ ਆਪਣੇ ਆਪ ਨੂੰ ਜਾਣਨਾ, ਆਪਣੇ ਆਪ ਨੂੰ ਕੌਨਫੀਡੈਂਟ ਰੱਖਣਾ, ਆਪਣੇ ਆਪ ਨੂੰ ਮੋਟੀਵੇਟ ਕਰਨਾ ਅਤੇ ਪੋਜ਼ੀਟਿਵ ਥਿੰਕਿੰਗ ਲੈ ਕੇ ਆਉਣਾ, ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈ ਤੁਹਾਡੇ ਕਰੀਅਰ ਦੇ ਵਿੱਚ, ਤੁਹਾਡੀ ਲਾਈਫ ਦੇ ਵਿੱਚ। ਪੋਜ਼ੀਟਿਵ ਥਿੰਕਿੰਗ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਨੈਗੇਟਿਵ ਸੋਚਦੇ ਹੋ, ਤੁਸੀਂ ਹਮੇਸ਼ਾ ਇਹ ਸੋਚਦੇ ਹੋ ਕਿ ਮੈਂ ਇਹ ਨਹੀਂ ਕਰ ਸਕਦੀ, ਮੈਂ ਇਹ ਕਰ ਸਕਦੀ ਹਾਂ, ਇਹ ਨਹੀਂ ਕਰਾਂਗੀ, ਤਾਂ ਤੁਸੀਂ ਸਮਹਾਓ ਆਪਣੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਬੈਕ ਸਟੈਪ 'ਤੇ ਰਹਿ ਜਾਓਗੇ। ਨੈਕਸਟ ਇਜ਼ ਸੈਲਫ ਕੰਟਰੋਲ। ਸੈਲਫ ਕੰਟਰੋਲ ਮੀਨਸ ਆਪਣੇ ਆਪ 'ਤੇ ਕੰਟਰੋਲ ਹੋਣਾ, ਆਪਣੀ ਹੈਬਿਟਸ 'ਤੇ ਕੰਟਰੋਲ ਹੋਣਾ। ਤੁਸੀਂ ਇਹ ਸੋਚੋ ਕਿ ਆਪਣੇ ਆਪ ਨੂੰ ਡਿਸਿਪਲਿਨ ਰੱਖਣਾ, ਤੁਸੀਂ ਕਹਿ ਸਕਦੇ ਹੋ ਸੈਲਫ ਕੰਟਰੋਲ ਦਾ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਇੱਕ ਡਿਸਿਪਲਿਨ ਪਰਸਨ ਲਾਈਫ ਦੇ ਵਿੱਚ, ਕਰੀਅਰ ਦੇ ਵਿੱਚ ਅੱਛੀ ਅਚੀਵਮੈਂਟਸ ਹਾਸਿਲ ਕਰ ਸਕਦਾ ਹੈ, ਪਰ ਜੇ ਉਹ ਡਿਸਿਪਲਿਨ ਨਹੀਂ ਫੋਲੋ ਕਰਦਾ ਅਤੇ ਉਹ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਬੈਕ ਸਟੈਪ 'ਤੇ ਰਹਿ ਜਾਂਦਾ ਹੈ। ਆਪਣੀ ਈਟਿੰਗ ਹੈਬਿਟਸ ਨੂੰ ਵੀ ਡਿਸਿਪਲਿਨ 'ਚ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਚੀਜ਼ਾਂ ਤੁਹਾਡੇ ਪਰਸਨਲ ਹਾਈਜੀਨ ਅਤੇ ਗਰੂਮਿੰਗ ਦੇ ਵਿੱਚ ਕਿਤੇ ਨਾ ਕਿਤੇ ਰੋਲ ਪਲੇ ਕਰਦੀਆਂ ਨੇ। ਨੈਕਸਟ ਇਜ਼ ਪ੍ਰੋਬਲਮ ਸੋਲਵਿੰਗ। ਜੇ ਤੁਹਾਡਾ ਪ੍ਰੋਬਲਮ ਸੋਲਵਿੰਗ ਐਟੀਟਿਊਡ ਹੈ ਤਾਂ ਤੁਸੀਂ ਬੜੇ ਅੱਛੀ ਤਰੀਕੇ ਨਾਲ ਕੋਈ ਵੀ ਕੰਮ ਜ਼ਿੰਦਗੀ 'ਚ ਕਰ ਸਕਦੇ ਹੋ, ਕਿਉਂਕਿ ਲਾਈਫ ਦੇ ਵਿੱਚ ਓਬਸਟੈਕਲਸ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ, ਅਤੇ ਜੇਕਰ ਅਸੀਂ ਉਹਨਾਂ ਨੂੰ ਡਰ ਕੇ ਬੈਕ ਸਟੈਪ 'ਤੇ ਰਹੀਏ, ਬੈਠ ਜਾਈਏ, ਨਾ ਕਰੀਏ, ਆਪਣੇ ਆਪ ਨੂੰ ਪੁਸ਼ ਨਾ ਕਰੀਏ, ਅਤੇ ਫਿਰ ਅਸੀਂ ਲਾਈਫ 'ਚ ਕੁਛ ਅਚੀਵ ਨਹੀਂ ਕਰ ਪਾਵਾਂਗੇ। ਟੀਮ ਵਰਕ, ਕੋਈ ਵੀ ਕੰਮ ਹੈ ਉਹ ਟੀਮ ਵਰਕ ਦੇ ਨਾਲ ਹੀ ਪੋਸੀਬਲ ਹੈ। ਅਦਰਵਾਈਜ਼ ਉਹ ਕੀ ਹੈ, ਜੇਕਰ ਅਸੀਂ ਕੰਮ 'ਚ ਅੱਛੇ ਹਾਂ ਪਰ ਅਸੀਂ ਆਪਣੇ ਪਾਰਟਨਰਸ ਨੂੰ, ਆਪਣੇ ਅੰਡਰ ਕੰਮ ਕਰਦੇ ਪਰਸਨਸ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲਦੇ, ਤਾਂ ਕਹਿੰਦੇ ਨੇ ਅਕੇਲਾ ਚਨਾ ਪਹਾੜ ਨਹੀਂ ਖੋਦ ਸਕਦਾ। ਤੁਸੀਂ ਅਕੇਲੇ ਕੁਛ ਨਹੀਂ ਕਰ ਸਕਦੇ, ਸਭ ਨੂੰ ਨਾਲ ਲੈ ਕੇ ਚੱਲਣ ਵਿੱਚ ਹੀ ਤੁਹਾਡੀ ਸਕਸੈਸ ਹੈ। ਸਟਰੈਂਥ। ਨੈਕਸਟ ਸਲਾਈਡ ਫੋਕਸਿਸ ਔਨ ਸਟਰੈਂਥ ਐਂਡ ਵੀਕਨੈਸ ਅਨਾਲਿਸਿਸ। ਤੁਹਾਡੀ ਜਿਹੜੀ ਅਗਲੀ ਸਲਾਈਡ ਹੈ ਉਹ ਤੁਹਾਡੀ ਇਸ ਪੁਆਇੰਟ 'ਤੇ ਫੋਕਸ ਕਰਦੀ ਹੈ ਕਿ ਤੁਹਾਡੇ ਵਿੱਚ ਕੀ ਸਟਰੈਂਥਸ ਹਨ ਅਤੇ ਕੀ ਤੁਹਾਡੀਆਂ ਵੀਕਨੈਸਿਸ ਹਨ। ਤੁਹਾਨੂੰ ਆਪਣੇ ਆਪ ਦੀ ਕਿੰਨੀ ਨੌਲੇਜ ਹੈ,
ਤੁਸੀਂ ਆਪਣੀ ਇਨਰ ਸਟਰੈਂਥਸ ਨੂੰ ਆਈਡੈਂਟੀਫਾਈ ਕੀਤਾ, ਜਿਵੇਂ ਕਿ ਤੁਸੀਂ ਆਪਣੀ ਪੁਰਾਣੀ ਸਲਾਈਡ ਦੇ ਵਿੱਚ, ਪਿਛਲੀ ਸਲਾਈਡ ਦੇ ਵਿੱਚ ਦੇਖਿਆ ਸੀ ਕਿ ਤੁਸੀਂ ਕਿਵੇਂ ਆਈਡੈਂਟੀਫਾਈ ਕਰ ਸਕਦੇ ਹੋ ਆਪਣੇ ਆਪ ਨੂੰ, ਐਨਾਲਾਈਜ਼ ਕਿਵੇਂ ਕਰ ਸਕਦੇ ਹੋ। ਅਤੇ ਜੇ ਤੁਸੀਂ ਉਸ ਪੁਆਇੰਟਸ ਨੂੰ ਲੈ ਕੇ ਆਪਣੇ ਆਪ ਨੂੰ ਐਨਾਲਾਈਜ਼ ਕੀਤਾ ਹੈ ਅਤੇ ਤੁਸੀਂ ਆਪਣੀਆਂ ਸਟਰੈਂਥ ਅਤੇ ਵੀਕਨੈਸਿਸ ਬਾਰੇ ਜਾਣ ਚੁੱਕੇ ਹੋਵੋਗੇ ਕਿ ਤੁਹਾਡੀਆਂ ਲਾਈਕਸ ਕੀ ਹਨ, ਤੁਹਾਡੀਆਂ ਬਿਲੀਵਸ ਕੀ ਹਨ, ਤੁਹਾਨੂੰ ਕੀ ਨਾਪਸੰਦ ਹੈ, ਤੁਹਾਡੇ ਓਪੀਨੀਅਨਸ ਕਿਸੇ ਪੁਆਇੰਟ ਨੂੰ ਲੈ ਕੇ ਕਿਵੇਂ ਦੇ ਹਨ। ਤੁਸੀਂ ਇਹ ਸੋਚਦੇ ਹੋ ਕਿ ਹੂ ਆਈ ਐਮ, ਮੈਂ ਕੀ ਹਾਂ ਜ਼ਿੰਦਗੀ ਦੇ ਵਿੱਚ ਅਤੇ ਮੈਂ ਕੀ ਕਰਨਾ ਚਾਹੁੰਦਾ ਹਾਂ ਜ਼ਿੰਦਗੀ ਦੇ ਵਿੱਚ। ਜੇ ਇਹ ਸਭ ਕੁਛ ਤੁਸੀਂ ਸੋਚਦੇ ਹੋ ਤਾਂ ਫਿਰ ਹੀ ਜ਼ਿੰਦਗੀ ਦੇ ਵਿੱਚ ਕੁਛ ਅਚੀਵ ਕਰ ਸਕਦੇ ਹਾਂ ਅਸੀਂ। ਅਤੇ ਆਪਣੀਆਂ ਸਟਰੈਂਥ ਅਤੇ ਵੀਕਨੈਸਿਸ ਹਰ ਪੁਆਇੰਟ ਨੂੰ ਲੈ ਕੇ ਤੁਸੀਂ ਸੋਚੀਆਂ ਹਨ, ਤੁਸੀਂ ਆਪਣੀ ਇਨਰ ਸਟਰੈਂਥਸ ਬਾਰੇ ਜਾਣ ਪਾਏ ਹੋ। ਆਈਡੈਂਟੀਫਾਈਂਗ ਸਟਰੈਂਥ ਐਂਡ ਵੀਕਨੈਸਿਸ, ਜਿਵੇਂ ਕਿ ਅਸੀਂ ਪਿਛਲੀ ਸਲਾਈਡ ਵਿੱਚ ਹੀ ਗੱਲ ਕਰ ਰਹੇ ਸੀ ਕਿ ਤੁਸੀਂ ਆਪਣੇ ਆਪ ਨੂੰ ਐਨਾਲਾਈਜ਼ ਕੀਤਾ, ਤੁਸੀਂ ਆਪਣੇ ਵੀਕਨੈਸ ਅਤੇ ਸਟਰੈਂਥਸ ਨੂੰ ਓਬਜ਼ਰਵ ਕੀਤਾ ਚੰਗੀ ਤਰ੍ਹਾਂ ਨਾਲ। ਤੁਸੀਂ ਕੀ ਸੋਚਦੇ ਹੋ, ਜਿਵੇਂ ਕਿ ਇਹ ਪਿਕਚਰ ਦੇ ਵਿੱਚ ਦੇਖ ਰਹੇ ਹੋ, ਇੱਕ ਛੋਟਾ ਜਿਹਾ ਬੁੱਤ ਬਣਿਆ ਹੋਇਆ ਜੋ ਸੋਚ ਰਿਹਾ ਹੈ ਕਿ ਮੇਰੇ ਵਿੱਚ ਸਟਰੈਂਥ ਕੀ ਹੈ, ਜ਼ਿਆਦਾ ਸਟਰੈਂਥ ਹੈ ਜਾਂ ਜ਼ਿਆਦਾ ਵੀਕਨੈਸਿਸ ਹਨ, ਮੈਂ ਜ਼ਿਆਦਾ ਅੱਛੇ ਕੰਮਾਂ ਵਿੱਚ ਹਾਂ ਜਾਂ ਜ਼ਿਆਦਾ ਮੇਰੇ 'ਚ ਖਰਾਬੀਆਂ ਹਨ। ਪਰ ਜੇਕਰ ਸਾਡੇ ਵਿੱਚ ਥੋੜ੍ਹੀਆਂ ਜਿਹੀਆਂ ਖਰਾਬੀਆਂ ਵੀ ਹਨ ਤਾਂ ਕੋਈ ਗੱਲ ਨਹੀਂ, ਅਸੀਂ ਆਪਣੇ ਕੰਮ ਦੇ ਨਾਲ, ਅਸੀਂ ਆਪਣੀ ਮਿਹਨਤ ਦੇ ਨਾਲ ਉਹਨੂੰ ਓਵਰਕਮ ਕਰ ਸਕਦੇ ਹਾਂ। ਅਤੇ ਆਪਣੀ ਪੋਜ਼ੀਟਿਵਿਟੀਜ਼, ਕੁਛ ਲੋਕ ਕੀ ਕਰਦੇ ਹਨ ਕਿ ਜੇ ਤੁਹਾਡੇ ਵਿੱਚ ਕਿਸੇ ਚੀਜ਼ ਦੀ ਸਟਰੈਂਥ ਹੈ ਤਾਂ ਉਸ ਚੀਜ਼ ਨੂੰ ਜ਼ਿਆਦਾ ਪੋਲਿਸ਼ ਨਹੀਂ ਕਰਦੇ। ਨਹੀਂ, ਜੇ ਤੁਹਾਡੇ ਵਿੱਚ ਕੁਛ ਚੰਗਾ ਹੈ ਤਾਂ ਉਸ ਨੂੰ ਵੀ ਪੋਲਿਸ਼ ਕਰੋ, ਉਸ ਨੂੰ ਵੀ ਹੋਰ ਨਿਖਾਰੋ, ਕਿਉਂਕਿ ਮਿਹਨਤ 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 ਇਹੀ ਸਾਡੀ ਲਾਈਫ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਸਾਡੀ ਸਕਸੈਸ ਵਾਸਤੇ। ਕਹਿੰਦੇ ਕਿ ਜਿਵੇਂ ਕਿ ਤੁਸੀਂ ਆਪਣੀ ਸਟਰੈਂਥ ਨੂੰ ਕਿਵੇਂ ਐਨਾਲਾਈਜ਼ ਕਰ ਸਕਦੇ ਹੋ, ਕਿਵੇਂ ਆਈਡੈਂਟੀਫਾਈ ਕਰ ਸਕਦੇ ਹੋ। ਥੋੜ੍ਹਾ ਟਾਈਮ ਲਵੋ, ਸੋਚੋ ਕਿ ਤੁਹਾਡੇ ਵਿੱਚ ਕੀ ਅੱਛਾ ਹੈ। ਇਹ ਸੋਚੋ, ਥਿੰਕ ਆਫ ਐਨੀਥਿੰਗ ਦੈਟ ਯੂ ਆਰ ਆਲਵੇਜ਼ ਗੁੱਡ ਐਟ, ਥਿੰਕ ਅਬਾਊਟ ਦ ਅਦਰਸ ਐਪਰੀਸ਼ੀਏਟ ਅਬਾਊਟ ਯੂ। ਸੋਚੋ ਕਿ ਤੁਹਾਡੇ ਵਿੱਚ ਕੀ ਚੰਗਾ ਹੈ, ਤੁਹਾਨੂੰ ਲੋਕ ਕਿਵੇਂ, ਕਿਸ ਚੀਜ਼ 'ਤੇ ਐਪਰੀਸ਼ੀਏਟ ਕਰਦੇ ਹਨ, ਅਤੇ ਵੀਕਨੈਸਿਸ ਨੂੰ ਕਿਵੇਂ, ਕਿ ਤੁਸੀਂ ਕਿਸ ਪੁਆਇੰਟ 'ਤੇ ਸਟਰਗਲ ਕਰਦੇ ਹੋ ਆਪਣੀ ਲਾਈਫ ਦੇ ਵਿੱਚ। ਕਿਹੜਾ ਕੰਮ ਹੈ ਜਿਹੜਾ ਤੁਹਾਨੂੰ ਕਰਦੇ ਵਕਤ ਪ੍ਰੋਬਲਮ ਹੁੰਦੀ ਹੈ, ਜੇ ਤੁਹਾਨੂੰ ਡਿਸਲਾਈਕ ਲੱਗਦਾ, ਤੁਹਾਨੂੰ ਕਰਨਾ ਨਾ ਪਸੰਦ ਹੈ। ਜਾਂ ਲੁੱਕ ਐਟ ਦੀ ਫੀਡਬੈਕ ਯੂ ਰਿਸੀਵ ਫਰੋਮ ਅਦਰਸ, ਤੁਹਾਨੂੰ ਦੂਸਰਿਆਂ ਤੋਂ ਕਿਵੇਂ ਦਾ ਆਪਣੇ ਕੰਮ ਦੇ ਪ੍ਰਤੀ ਜਾਂ ਕਿਸੇ ਵੀ ਗੱਲ ਦੇ ਪ੍ਰਤੀ ਕਿਵੇਂ ਦਾ ਫੀਡਬੈਕ ਮਿਲਦਾ ਹੈ, ਉਹ ਤੁਸੀਂ ਓਬਜ਼ਰਵ ਕਰੋ। ਜਿਵੇਂ ਕਿ ਕੁਛ ਐਗਜ਼ਾਮਪਲਸ ਅਸੀਂ ਲਈਆਂ ਹਨ ਸਟਰੈਂਥ ਅਤੇ ਵੀਕਨੈਸ ਦੇ ਰਿਗਾਰਡਿੰਗ। ਜਿਵੇਂ ਸਟਰੈਂਥ ਦੇ ਰਿਗਾਰਡਿੰਗ, ਆਈ ਐਮ ਗੁੱਡ ਐਟ ਅੰਡਰਸਟੈਂਡਿੰਗ ਅਦਰ ਪੀਪਲਸ ਇਮੋਸ਼ਨ, ਮੈਂ ਬਹੁਤ ਵਧੀਆ ਹਾਂ ਦੂਸਰੇ ਲੋਕਾਂ ਦੇ ਇਮੋਸ਼ਨਸ ਨੂੰ ਜਾਣਨ ਦੇ, ਇਮੋਸ਼ਨਸ ਦੇ ਪ੍ਰਤੀ। ਠੀਕ ਹੈ, ਮੈਂ ਕਿਸੇ ਵੀ ਪਰਸਨ ਦਾ ਇਮੋਸ਼ਨਸ ਜਿਹੜੇ ਬੜੀ ਈਜ਼ੀਲੀ ਸਮਝ ਲੈਂਦਾ ਹੈ, ਮੈਨੂੰ ਪਤਾ ਚੱਲ ਜਾਂਦਾ ਕਿ ਉਸਨੂੰ ਕਿਸ ਪੁਆਇੰਟ 'ਤੇ ਗੱਲ ਟੌਂਟ ਕਰ ਗਈ ਹੈ, ਮੈਨੂੰ ਉਸਨੂੰ ਅੱਛਾ ਨਹੀਂ ਲੱਗਿਆ। ਜਾਂ ਫਿਰ ਇਮੋਸ਼ਨਸ ਨੂੰ ਜਾਣਨਾ ਸਾਡੇ ਕਰੀਅਰ ਦੇ ਵਿੱਚ ਵੀ ਬਹੁਤ ਹੈਲਪਫੁਲ ਹੁੰਦਾ ਹੈ, ਕਿਉਂਕਿ ਅਸੀਂ ਕਿਸੇ ਦੀ ਸਾਈਕੋਲੋਜੀ ਨੂੰ ਸਮਝ ਪਾਈਏ ਨਾ, ਅਤੇ ਅਸੀਂ ਅੱਛੇ ਬਿਜ਼ਨਸ ਦੇ ਵਿੱਚ ਹੋ ਸਕਦੇ ਹਾਂ, ਜੋਬ ਦੇ ਵਿੱਚ ਅੱਛਾ ਹੋ ਸਕਦੇ ਹਾਂ। ਸਾਨੂੰ ਪਤਾ ਚੱਲ ਜਾਵੇਗਾ ਕਿ ਕੋਈ ਵੀ ਕਿਸੇ ਦਾ ਫੇਸ ਨੂੰ ਜਾਂ ਮਾਈਂਡ ਨੂੰ ਪੂਰੀ ਤਰ੍ਹਾਂ ਰੀਡ ਨਹੀਂ ਕਰ ਸਕਦਾ, ਪਰ ਜੇ ਤੁਸੀਂ ਓਬਜ਼ਰਵ ਕਰ ਲੈਂਦੇ ਹੋ ਤਾਂ ਤੁਹਾਡੇ 'ਚ ਇੱਕ ਗੁੱਡ ਕੁਆਲਿਟੀ ਹੈ। ਤੁਸੀਂ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਛ ਕਿਸੇ ਦੇ ਉਦਾਸ ਹੈ ਕੋਈ ਪਰਸਨ, ਤਾਂ ਤੁਸੀਂ ਉਸਨੂੰ ਥੋੜ੍ਹੀ ਜਿਹੀ ਮੁਸਕਾਨ ਦੇ ਸਕਦੇ ਹੋ। ਜੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਜੋ ਬੌਸ ਹੈ ਉਹ ਤੁਹਾਡੇ 'ਤੇ ਐਂਗਰੀ ਹੈ, ਤਾਂ ਤੁਸੀਂ ਹੋਰ ਚੰਗਾ ਕੰਮ ਕਰਕੇ ਉਸਨੂੰ ਖੁਸ਼ ਕਰ ਸਕਦੇ ਹੋ। ਠੀਕ ਹੈ, ਆਈ ਐਮ ਕੌਨਫੀਡੈਂਟ ਇਨ ਡੀਲਿੰਗ ਵਿਦ ਸਟ੍ਰੇਂਜਰਸ ਵਾਈਲ ਕੀਪਿੰਗ ਮਾਈ ਸੈਲਫ ਸੇਫ ਫਰੋਮ ਐਨੀ ਹਾਰਮ, ਮੈਂ ਕਿਸੇ ਵੀ ਸਟ੍ਰੇਂਜਰ ਨੂੰ ਮਤਲਬ ਵਧੀਆ ਤਰੀਕੇ ਦੇ ਨਾਲ ਡੀਲ ਕਰ ਸਕਦੀ ਹਾਂ ਆਪਣੇ ਆਪ ਨੂੰ ਹਾਰਮ ਪਹੁੰਚਾਏ ਬਗੈਰ। ਜਿਵੇਂ ਕਿ ਮੈਂ ਕਿਸੇ ਕੰਪਨੀ ਦੇ ਵਿੱਚ ਅੱਛੀ ਪੋਸਟ 'ਤੇ ਮੇਰਾ ਕੋਈ, ਮੈਂ ਕੰਸਲਟੇਟਰ ਦਾ ਕੰਮ ਕਰ ਰਿਹਾ ਹਾਂ, ਜਾਂ ਮੈਂ ਕੁਝ ਨਵੇਂ ਕਲਾਇੰਟਸ ਬਣਾਉਣ ਦਾ ਮੇਰਾ ਕੰਮ ਹੈ, ਅਤੇ ਮੈਂ ਨਵੇਂ ਨਵੇਂ ਸਟਰੇਂਜ ਕੰਪਨੀਜ਼ ਦੇ ਵਿੱਚ ਜਾ ਕੇ ਸਟਰੇਂਜ ਕਲਾਇੰਟਸ ਨੂੰ ਮਿਲ ਕੇ ਅਤੇ ਉਹਨਾਂ ਨੂੰ ਇੰਪ੍ਰੈਸ ਕਰਕੇ ਆਪਣੀ ਕੰਪਨੀ ਦੇ ਨਾਲ ਜੋੜ ਸਕਦਾ ਹਾਂ। ਕੁਛ ਵੀ ਇਵੇਂ ਦਾ ਕੰਮ ਮੈਂ ਵਧੀਆ ਤਰੀਕੇ ਨਾਲ ਕਰ ਸਕਦਾ ਹਾਂ। ਇਹ ਮੇਰੇ 'ਚ ਸਟਰੈਂਥਸ ਹਨ। ਮੇਰੀਆਂ ਵੀਕਨੈਸਿਸ, ਮੈਂ ਆਪਣੇ ਆਪ 'ਤੇ ਆਈ ਐਮ ਅਨੇਬਲ ਟੂ ਰਜਿਸਟ ਜੰਕ ਫੂਡ ਵੈਨ ਮਾਈ ਫਰੈਂਡ ਸੁਜੈਸਟ, ਮੈਨੂੰ ਜਦੋਂ ਮੇਰੇ ਫਰੈਂਡਸ ਕਹਿੰਦੇ ਹਨ ਕਿ ਤੂੰ ਜੰਕ ਫੂਡ ਖਾ ਜਾਂ ਇਵੇਂ ਦੀ ਕੁਛ ਵੀ ਖਾ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ। ਇਹ ਇੱਕ ਕਹਿ ਸਕਦੇ ਹੋ ਸੈਲਫ ਕੰਟਰੋਲ ਦੀ ਪ੍ਰੋਬਲਮ, ਜਿਹੜੀ ਕਿ ਅਸੀਂ ਸੈਲਫ ਐਨਾਲਿਸਿਸ ਵਿੱਚ ਪੜ੍ਹੀ ਸੀ। ਆਪਣੇ ਆਪ 'ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਆਪਣੇ ਆਪ 'ਤੇ ਨਹੀਂ ਕੰਟਰੋਲ ਕਰੋਗੇ, ਤੁਹਾਡੀ ਹੈਲਥ, ਤੁਹਾਡੀ ਬੋਡੀ, ਤੁਹਾਡਾ ਕੌਨਫੀਡੈਂਸ ਸਭ ਇਫੈਕਟ ਹੋ ਜਾਂਦਾ ਹੈ। ਕਦੀ ਨਾ ਕਦੀ ਇਸ ਸਾਰੀਆਂ ਚੀਜ਼ਾਂ ਇਫੈਕਟ ਹੁੰਦੀਆਂ ਹਨ। ਇਹ ਸੀ ਸਾਡੀਆਂ ਐਗਜ਼ਾਮਪਲ ਰਿਗਾਰਡਿੰਗ ਸਟਰੈਂਥ ਅਤੇ ਵੀਕਨੈਸਿਸ। ਸਾਡੀ ਨੈਕਸਟ ਸਲਾਈਡ ਜੋ ਹੈ ਇਸੇ ਚੀਜ਼ ਦੇ ਉੱਪਰ ਫੋਕਸ ਕਰਦੀ ਹੈ। ਅਸੀਂ ਇੱਕ ਛੋਟੀ ਜਿਹੀ ਐਕਟੀਵਿਟੀ ਲਈ ਹੈ, ਜਿਸ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਆਪਣੀਆਂ ਸਟਰੈਂਥ ਅਤੇ ਵੀਕਨੈਸਿਸ ਨੂੰ ਐਨਾਲਿਸਿਸ ਕਰਾਂਗੇ। ਕੁਝ ਜ਼ਿਆਦਾ ਟਫ ਨਹੀਂ ਹੈ, ਅਸੀਂ ਬਸ ਇੱਕ
ਟੈਕਸਟ ਬੁੱਕ ਲਵਾਂਗੇ, ਇੱਕ ਪੈਨ, ਇੱਕ ਵਰਕਸ਼ੀਟ, ਕੁਛ ਵੀ, ਠੀਕ ਹੈ। ਅਤੇ ਸਿੰਪਲ ਜਿਹਾ ਪ੍ਰੋਸੀਜਰ ਹੈ ਕਿ ਅਸੀਂ ਕੀ ਕਰਨਾ ਹੈ, 2 ਵਰਕਸ਼ੀਟਸ ਬਣਾਉਣੀਆਂ ਹਨ। ਫਸਟ ਇਜ਼ ਫॉर ਮੇਕਿੰਗ ਇੰਟਰਸਟ ਐਂਡ ਸੈਕਿੰਡ ਇਜ਼ ਫॉर ਮੇਕਿੰਗ ਐਬਿਲਿਟੀਜ਼। ਅਸੀਂ ਇੱਕ ਲਿਸਟ ਬਣਾਉਣੀ ਹੈ ਵਰਕਸ਼ੀਟ ਦੇ ਉੱਪਰ, ਜਿਹਦੇ ਵਿੱਚ ਕੁਝ ਪੁਆਇੰਟਸ ਲਿਖਣੇ ਹਨ ਕਿ ਸਾਡੇ ਵਿੱਚ ਸਾਡੇ ਇੰਟਰਸਟ ਲੈਵਲਸ ਕੀ ਹਨ, ਅਤੇ ਦੂਸਰਾ ਸਾਡੇ 'ਚ ਐਬਿਲਿਟੀਜ਼ ਕੀ ਹਨ। ਉਹਦੇ ਤੋਂ ਸਾਨੂੰ ਕੀ ਪਤਾ ਚੱਲੇਗਾ ਕਿ ਸਾਡੇ 'ਚ ਸਾਡੇ ਇੰਟਰਸਟ ਅਤੇ ਐਬਿਲਿਟੀਜ਼ ਅਸੀਂ ਕਿਸ ਕਿਸ ਪੁਆਇੰਟ 'ਤੇ ਹਨ, ਠੀਕ ਹੈ। ਅਤੇ ਬੀ ਫੇਅਰ ਵਾਈਲ ਮੇਕਿੰਗ ਦਿਸ, ਠੀਕ ਹੈ, ਕਿਉਂਕਿ ਜੇ ਤੁਸੀਂ ਫੇਅਰਲੀ ਕੰਮ ਕਰੋਗੇ ਤਾਂ ਫਿਰ ਹੀ ਤੁਸੀਂ ਵਧੀਆ ਕੰਮ ਕਰ ਸਕਦੇ ਹੋ, ਫਿਰ ਹੀ ਤੁਹਾਨੂੰ ਆਪਣੀ ਇੰਟਰਸਟ ਅਤੇ ਐਬਿਲਿਟੀਜ਼ ਬਾਰੇ ਪਤਾ ਚੱਲੇਗਾ। ਅਦਰਵਾਈਜ਼ ਤੁਸੀਂ ਕਿਸੇ ਵਾਸਤੇ ਕੁਛ ਨਹੀਂ ਕਰਨਾ, ਆਪਣੇ ਲਈ ਕਰਨਾ ਹੈ। ਦਿਸ ਇਜ਼ ਦ ਪ੍ਰੋਸੀਜਰ ਫॉर ਮੇਕਿੰਗ ਵਰਕਸ਼ੀਟਸ। ਸੋ ਆਈ ਥਿੰਕ ਤੁਸੀਂ ਆਪਣੇ ਸਟਰੈਂਥ ਅਤੇ ਵੀਕਨੈਸਿਸ ਨੂੰ ਜਾਣਨ ਦਾ ਪ੍ਰੋਸੀਜਰ ਜਾਣ ਚੁੱਕੇ ਹੋਵੋਗੇ, ਅਤੇ ਇਹ ਵੀ ਜਾਣ ਚੁੱਕੇ ਹੋ ਕਿ ਤੁਸੀਂ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਕ੍ਰੀਏਟ ਕਰ ਸਕਦੇ ਹੋ ਜੇ ਤੁਸੀਂ ਕਿਸੇ ਪੁਆਇੰਟ 'ਤੇ ਲੈਕ ਕਰਦੇ ਹੋ। ਸਾਡੀ ਨੈਕਸਟ ਸਲਾਈਡ ਜੋ ਹੈ, ਵੇਟ ਫॉर ਅ ਮਿਨਟ, ਥੋੜਾ ਪ੍ਰੋਸੈਸਿੰਗ ਦਾ ਟਾਈਮ ਲੱਗ ਰਿਹਾ ਹੈ ਸਾਡੀ, ਕਿਉਂਕਿ ਮੇਰਾ ਸਿੰਪਲ ਜਿਹਾ ਫ਼ੋਨ ਹੈ ਅਤੇ ਮੈਂ ਉਸ ਸਿੰਪਲ ਜਿਹੇ ਫ਼ੋਨ ਦੇ ਉੱਪਰ ਇਹ ਪ੍ਰੈਜੈਂਟੇਸ਼ਨ ਬਣਾ ਰਹੀ ਹਾਂ ਅਤੇ ਸੋਰੀ ਵੀਡੀਓ ਕ੍ਰੀਏਟ ਕਰ ਰਹੀ ਹਾਂ, ਅਤੇ ਸੋਰੀ ਫॉर ਲਿਟਲ ਬਿਟ ਡਿਲੇ। ਸੈਲਫ ਕੌਨਫੀਡੈਂਸ, ਸਾਡੀ ਨੈਕਸਟ ਸਲਾਈਡ ਜੋ ਹੈ ਉਹ ਸੈਲਫ ਕੌਨਫੀਡੈਂਸ ਨੂੰ ਫੋਕਸ ਕਰਦੀ ਹੈ। ਸੈਲਫ ਕੌਨਫੀਡੈਂਸ ਬਹੁਤ 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 ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਸਾਡੀ ਥਰੂ ਆਊਟ ਜ਼ਿੰਦਗੀ ਦੇ ਵਿੱਚ। ਜੇ ਅਸੀਂ ਕੌਨਫੀਡੈਂਟ ਹਾਂ, ਫਿਰ ਹੀ ਅਸੀਂ ਆਪਣੀ ਕਸ਼ਮਤਾਵਾਂ ਨੂੰ ਹਰ ਕਿਸੇ ਦੇ ਅੱਗੇ ਨਹੀਂ ਕਹਿ ਸਕੋ, ਤੋ ਇਵੇਂ ਕਹਿ ਲਓ ਕਿ ਅਸੀਂ ਆਪਣੀ ਕਸ਼ਮਤਾਵਾਂ ਨੂੰ ਸਾਹਮਣੇ ਪ੍ਰੋਜੈਕਟ ਕਰ ਸਕਦੇ ਹਾਂ, ਅਸੀਂ ਦੂਸਰਿਆਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕਿੰਨੇ ਕਾਬਿਲ ਹਾਂ। ਪਰ ਜੇਕਰ ਅਸੀਂ ਕੌਨਫੀਡੈਂਟ ਨਹੀਂ ਹਾਂ, ਅਸੀਂ ਜਿੰਨੇ ਮਰਜ਼ੀ ਟੈਲੈਂਟਡ ਹਾਂ, ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਕਿ ਸਾਡੇ 'ਚ ਕਸ਼ਮਤਾਵਾਂ ਕੀ ਹਨ। ਅਸੀਂ ਹਮੇਸ਼ਾ ਬੈਕ ਸਟੈਪ 'ਤੇ ਬੈਠੇ ਰਹਾਂਗੇ, ਅਸੀਂ ਇਹ ਸੋਚਦੇ ਰਹਾਂਗੇ ਕੋਈ ਸਾਨੂੰ ਕਵੇ ਅਤੇ ਅਸੀਂ ਅੱਗੇ ਆਈਏ, ਠੀਕ ਹੈ। ਇਫ ਯੂ ਆਰ ਇੰਟੈਲੀਜੈਂਟ, ਹਾਰਡ ਵਰਕਿੰਗ ਐਂਡ ਟੈਲੈਂਟਡ person but lack confidence and avoid taking initiative, then it may be difficult for others to recognize your talent. Self confidence can be developed through changes in attitude and practice, ਠੀਕ ਹੈ। ਸੈਲਫ ਕੌਨਫੀਡੈਂਸ ਜਿਹੜਾ ਹੈ ਨਾ, ਜੇ ਤੁਹਾਡੇ ਵਿੱਚ ਨਹੀਂ ਵੀ ਹੈ ਤਾਂ ਤੁਸੀਂ ਪ੍ਰੈਕਟਿਸ ਪ੍ਰੈਕਟਿਸ ਪ੍ਰੈਕਟਿਸ, ਕਹਿੰਦੇ ਨੇ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੁਸੀਂ ਪ੍ਰੈਕਟਿਸ ਦੇ ਨਾਲ ਆਪਣੇ ਵਿੱਚ ਕੌਨਫੀਡੈਂਸ ਲਿਆ ਸਕਦੇ ਹੋ। ਸੈਲਫ ਕੌਨਫੀਡੈਂਸ ਵਿੱਚ ਤੁਹਾਨੂੰ ਕੀ ਚਾਹੀਦਾ, ਕੀ ਚੀਜ਼ਾਂ ਇੰਪੋਰਟੈਂਟ ਹਨ। ਇੱਕ ਤਾਂ ਪੋਜ਼ੀਟਿਵ ਐਟੀਟਿਊਡ, ਜਿਹੜੀ ਕਿ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਕਿ ਜੇ ਤੁਸੀਂ ਪੋਜ਼ੀਟਿਵ ਹੋ, ਤੁਸੀਂ ਹਰ ਚੀਜ਼ ਵਿੱਚ ਪੋਜ਼ੀਟਿਵਿਟੀ ਦੇਖੋਗੇ, ਤੁਹਾਡਾ ਕੌਨਫੀਡੈਂਸ ਵੀ ਹਮੇਸ਼ਾ ਇਨਕਰੀਜ਼ ਹੋਵੇਗਾ। ਪਰ ਜੇ ਤੁਸੀਂ ਨੈਗੇਟਿਵ ਮਾਈਂਡਡ ਪਰਸਨ ਹੋ ਤਾਂ ਥੋੜ੍ਹੀ, ਇਫ ਯੂ ਆਰ ਕੌਨਫੀਡੈਂਟ ਵੀ ਨਾ, ਦੈਨ ਈਵਨ ਦੋ ਤੁਹਾਡੀ ਨੈਗੇਟਿਵਿਟੀ ਜਿਹੜੀ ਹੈ ਨਾ, ਉਹ ਤੁਹਾਨੂੰ ਤੁਹਾਡਾ ਕੌਨਫੀਡੈਂਸ ਨੂੰ ਹਮੇਸ਼ਾ ਲੋ ਕਰ ਦੇਗੀ। ਕਮਿਟਮੈਂਟ, ਜੋ ਜਿਵੇਂ ਕਿ ਤੁਸੀਂ ਡਾਇਲੋਗ ਸੁਣੇ ਹੋਣਗੇ ਕਿਸੇ ਫਿਲਮ ਸਟਾਰ ਦੇ ਸੀ ਕਿ ਇੱਕ ਵਾਰ ਜੋ ਮੈਂ ਕਮਿਟਮੈਂਟ ਕਰ ਦਿੱਤਾ ਤਾਂ ਮੈਂ ਕਿਸੇ ਦੀ ਨਹੀਂ ਸੁਣਦਾ, ਨੋਟ ਲਾਈਕ ਦੈਟ, ਬਟ ਕਮਿਟਮੈਂਟ ਹਮੇਸ਼ਾ ਹਰ ਕੰਮ ਦੇ ਵਿੱਚ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕੋਈ ਕੰਮ ਕਰਨਾ ਹੈ ਅਤੇ ਕਮਿਟਡ ਹੋ ਤਾਂ ਉਸ ਟਾਈਮ 'ਤੇ ਉਹ ਕੰਮ ਜ਼ਰੂਰ ਕਰੋ, ਠੀਕ ਹੈ। ਸੈਲਫ ਬਿਲੀਵ, ਪੋਜ਼ੀਟਿਵ ਥਿੰਕਿੰਗ, ਤੁਹਾਡਾ ਕਮਿਟਮੈਂਟ ਅਤੇ ਤੁਹਾਡਾ ਸੈਲਫ ਬਿਲੀਵ, ਆਪਣੇ ਆਪ 'ਤੇ ਯਕੀਨ ਕਿ ਮੈਂ ਇਹ ਕਰ ਸਕਦਾ ਹਾਂ ਅਤੇ ਮੈਂ ਇਹ ਜ਼ਰੂਰ ਕਰਾਂਗਾ, ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਹਾਰਡ ਵਰਕ, ਹਾਰਡ ਵਰਕ ਇਜ਼ ਦੀ ਓਨਲੀ ਕੀ ਸਕਸੈਸ। ਮਤਲਬ ਕਿ ਮੈਂ ਇਹ ਨਹੀਂ ਕਹਿੰਦੀ ਕਿ ਜਿਹੜੀਆਂ ਗੱਲਾਂ ਮੈਂ ਪਹਿਲੇ ਕੀਤੀਆਂ ਉਹ ਇੰਪੋਰਟੈਂਟ ਰੋਲ ਨਹੀਂ ਪਲੇ ਕਰਦੀਆਂ, ਬਟ ਹਾਰਡ ਵਰਕ ਇਜ਼ ਵੈਰੀ ਇੰਪੋਰਟੈਂਟ। ਵਿਦਆਊਟ ਹਾਰਡ ਵਰਕ ਤੁਸੀਂ ਕੁਛ ਨਹੀਂ ਕਰ ਸਕਦੇ। ਹਾਰਡ ਵਰਕ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਮ ਵਿੱਚ ਸਕਸੈਸਫੁਲ ਹੋਣ ਦੇ ਲਈ। ਇਹ ਸਾਰੀਆਂ ਫੈਕਟਰਸ ਜਿਹੜੇ ਆ ਤੁਹਾਡੇ ਸੈਲਫ ਕੌਨਫੀਡੈਂਸ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਹਨ। ਸਾਡੀ ਨੈਕਸਟ ਸਲਾਈਡ ਜੋ ਹੈ ਉਹ ਫੋਕਸ ਕਰਦੀ ਹੈ ਕਿ ਤੁਸੀਂ ਕਿਵੇਂ ਸੈਲਫ ਕੌਨਫੀਡੈਂਸ ਨੂੰ ਕ੍ਰੀਏਟ ਕਰ ਸਕਦੇ ਹੋ। ਇਫ ਯੂ ਆਰ ਲੈਕਿੰਗ ਐਟ ਸਮ ਪੁਆਇੰਟ, ਜਿਵੇਂ ਕਿ ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਤੁਸੀਂ ਆਪਣਾ ਇੰਟਰਸਟ ਸੈਲਫ ਕੌਨਫੀਡੈਂਸ ਕਿਵੇਂ ਕ੍ਰੀਏਟ ਕਰ ਸਕਦੇ ਹੋ, ਕਿਵੇਂ ਅਚੀਵ ਕਰ ਸਕਦੇ ਹੋ ਇਸ ਚੀਜ਼ ਨੂੰ ਆਪਣੀ ਆਪ ਦੇ ਵਿੱਚ ਥਰੂ ਡਿਫਰੈਂਟ these are 3 steps in this slide. Let's focus on these steps. मैं थोड़ा जिहा फंबल कर गई, सॉरी। Appreciate achievements and accept failure. ਹਮੇਸ਼ਾ ਆਪਣੀ ਜੋ ਵੀ ਤੁਸੀਂ ਅਚੀਵ ਕਰਦੇ ਹੋ ਨਾ, ਉਹਨੂੰ ਵੀ ਐਪਰੀਸ਼ੀਏਟ ਕਰੋ ਅਤੇ ਉਹਨੂੰ ਸਭ ਨੂੰ ਦੱਸੋ ਵੀ ਕਿ ਹਾਂ ਮੈਂ ਅਚੀਵ ਕੀਤਾ। ਆਪਣੇ ਤੱਕ ਨਾ ਰੱਖੋ, ਕਿਉਂਕਿ ਫਿਰ ਕਿਸੇ ਨੂੰ ਕੀ ਪਤਾ ਕਿ ਤੁਸੀਂ ਕੀ ਅਚੀਵ ਕੀਤਾ, ਫਿਰ ਤੋਂ ਲੈਸ ਕੌਨਫੀਡੈਂਟ ਵਾਲੀ ਗੱਲ ਹੋ ਗਈ ਨਾ। ਤੁਸੀਂ ਆਪਣੇ ਕੋਲ ਹੀ ਰੱਖ ਲਿਆ ਜੋ ਅਚੀਵ ਕੀਤਾ ਅਤੇ ਤੁਹਾਨੂੰ ਕਿਸੇ ਨੇ ਐਪਰੀਸ਼ੀਏਟ ਨਹੀਂ ਕਰਨਾ ਫਿਰ। ਅਤੇ ਆਪਣੀ ਫੇਲੀਅਰਸ ਨੂੰ ਅਸੈਪਟ ਕਰੋ, ਉਸਨੂੰ ਨੈਗੇਟਿਵਿਟੀ ਦੇ ਨਾਲ ਨਾ ਜੋੜੋ,
ਇਸੀ ਇਹੀ ਚੀਜ਼ ਪੋਜ਼ੀਟਿਵ ਐਟੀਟਿਊਡ ਸ਼ੋ ਕਰਦੀ ਹੈ ਕਿ ਜੇ ਤੁਸੀਂ ਆਪਣੀ ਫੇਲੀਅਰ ਨੂੰ ਨੈਗੇਟਿਵਿਟੀ ਦੇ ਨਾਲ ਜੋੜੋਗੇ ਤਾਂ ਤੁਸੀਂ ਫਿਰ ਉਹ ਗੱਲ ਨਹੀਂ ਬਣਦੀ, ਉਹ ਮਜ਼ਾ ਨਹੀਂ ਆਉਂਦਾ ਤੁਹਾਡੀ ਅਚੀਵਮੈਂਟਸ ਨੂੰ ਇੰਜੋਏ ਕਰਨ ਦੇ ਵਿੱਚ। ਨੈਗੇਟਿਵਿਟੀ ਨਹੀਂ ਲੈ ਕੇ ਆਉਣੀ। ਦੂਸਰਾ ਕਿ ਫੇਲੀਅਰਸ ਨੂੰ ਅਸੈਪਟ ਕਰੋ। ਹੈਵ ਅ ਗੋਲ ਐਂਡ ਟੇਕ ਸਟੈਪਸ ਟੂਵਰਡ ਇਟ। ਇੱਕ ਗੋਲ ਬਣਾਓ ਅਤੇ ਉਹਦੀ ਤਰਫ ਸਟੈਪਸ ਚੁੱਕੋ। ਮਤਲਬ ਜੇ ਤੁਸੀਂ ਸੋਚਦੇ ਹੋ ਕਿ ਮੈਂ ਇਸ ਪੁਆਇੰਟ 'ਤੇ ਇਸ ਕਿਸੇ ਵੀ ਚੀਜ਼ 'ਤੇ ਬ੍ਰੌਂਜ਼ ਲਿਆ ਹੈ ਅਤੇ ਮੈਂ ਨੈਕਸਟ ਟਾਈਮ ਗੋਲਡ ਲੈਣਾ ਹੈ। ਇਸ ਟਾਈਮ ਮੈਨੂੰ ਬ੍ਰੌਂਜ਼ ਮਿਲਿਆ, ਕਿਸੇ ਗੇਮ ਦੇ ਵਿੱਚ ਹੀ ਮੰਨ ਲਓ ਮੈਨੂੰ ਬ੍ਰੌਂਜ਼ ਮਿਲਿਆ, ਨੈਕਸਟ ਟਾਈਮ ਮੈਂ ਗੋਲਡ ਲੈਣਾ ਅਤੇ ਗੋਲਡ ਵਾਸਤੇ ਮਿਹਨਤ ਕਰੋ। ਆਪਣੇ ਆਪ ਕੁਛ ਨਹੀਂ ਮਿਲਦਾ, ਹਾਰਡ ਵਰਕ ਇੱਥੇ ਆਉਂਦਾ ਹੈ। ਇਸ ਚੀਜ਼ ਦੇ ਉੱਪਰ ਹਾਰਡ ਵਰਕ ਇੰਪੋਰਟੈਂਟ ਹੈ। ਠੀਕ ਹੈ। ਨੈਕਸਟ ਇਜ਼ always look at the good side and be happy। ਮਤਲਬ ਪੋਜ਼ੀਟਿਵਿਟੀ, ਸੌਰੀ, ਤੁਸੀਂ ਆਪਣੇ ਆਪ ਦੇ ਵਿੱਚ ਪੋਜ਼ੀਟਿਵ ਰਹੋ। ਜੇਕਰ ਮੰਨ ਲਓ ਤੁਹਾਡੇ ਐਗਜ਼ਾਮ ਦੇ ਵਿੱਚ ਤੁਸੀਂ ਨੀਟ ਦਾ ਪੇਪਰ ਦਿੱਤਾ ਹੈ, ਤੁਹਾਡੇ ਐਗਜ਼ਾਮ ਦੇ ਵਿੱਚ ਮਾਰਕਸ ਘੱਟ ਆ ਗਏ, ਤੁਸੀਂ ਕੁਆਲੀਫਾਈ ਨਹੀਂ ਕੀਤਾ, ਕੋਈ ਗੱਲ ਨਹੀਂ, ਨੈਕਸਟ ਈਅਰ ਫਿਰ ਕੋਸ਼ਿਸ਼ ਕਰਾਂਗੇ, ਚਾਂਸ ਤਾਂ ਲੈ ਸਕਦੇ ਹਾਂ ਅਸੀਂ। ਪੋਜ਼ੀਟਿਵਿਟੀ, ਮੈਂ ਕਰਾਂਗਾ, ਮੈਂ ਕਰਨਾ ਹੈ, ਮੈਂ ਕਰਨਾ ਹੀ ਕਰਨਾ ਹੈ। ਕੌਨਫੀਡੈਂਸ, ਸੈਲਫ ਕੌਨਫੀਡੈਂਸ, ਸੈਲਫ ਮੋਟੀਵੇਸ਼ਨ ਅਤੇ ਪੋਜ਼ੀਟਿਵ ਐਟੀਟਿਊਡ, ਹਰ ਚੀਜ਼ ਕੰਮ ਆ ਗਈ। ਠੀਕ ਹੈ। ਦੀਜ਼ ਆਰ ਦੀ ਸਟੈਪਸ ਫॉर ਬਿਲਡਿੰਗ ਸੈਲਫ ਕੌਨਫੀਡੈਂਸ। ਮੈਂ ਉਮੀਦ ਕਰਦੀ ਹਾਂ ਕਿ ਜੋ ਕੁਛ ਮੈਂ ਤੁਹਾਨੂੰ ਸਮਝਾ ਰਹੀ ਹਾਂ ਤੁਹਾਨੂੰ ਸਭ ਨੂੰ ਸਮਝ ਆ ਰਿਹਾ ਹੋਵੇਗਾ। ਮੈਂ ਥੋੜ੍ਹਾ ਕੁਇਕਲੀ ਕਰ ਰਹੀ ਹਾਂ ਕਿਉਂਕਿ ਇਸ ਵੀਡੀਓ ਨੂੰ ਬਣਾਉਣ ਦਾ ਜ਼ਿਆਦਾ ਟਾਈਮ ਮੇਰੇ ਕੋਲ ਨਹੀਂ ਹੈ। ਮੈਂ ਜ਼ਿਆਦਾ ਦੇਰ ਤੱਕ ਜ਼ਿਆਦਾ ਲੰਬੀ ਵੀਡੀਓ ਨਹੀਂ ਬਣਾ ਸਕਦੀ। ਨੈਕਸਟ ਇਜ਼ ਸੈਕਿੰਡ ਐਕਟੀਵਿਟੀ, ਅਸੀਂ ਬਿਲਡਿੰਗ ਕੌਨਫੀਡੈਂਸ ਦੇ ਰਿਗਾਰਡਿੰਗ ਹੀ ਬਣਾਈ ਹੈ ਕਿ ਅਸੀਂ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਕਿਵੇਂ ਬਿਲਡ ਕਰ ਸਕਦੇ ਹਾਂ ਅਤੇ ਇੱਕ ਪੋਜ਼ੀਟਿਵ ਐਟੀਟਿਊਡ ਕਿਵੇਂ ਲੈ ਕੇ ਆ ਸਕਦੇ ਹਾਂ। ਜਿਵੇਂ ਕਿ ਪਿਛਲੀ ਐਕਟੀਵਿਟੀ ਦੇ ਵਿੱਚ ਅਸੀਂ ਯੂਜ਼ ਕੀਤਾ ਸੀ ਪੈਨ, ਪੈਨਸਿਲ, ਨੋਟਬੁੱਕ ਔਰ ਸ਼ੀਟ ਆਫ ਪੇਪਰ, ਐਨੀਥਿੰਗ ਲਾਈਕ ਦਿਸ। ਅਸੀਂ ਕੀ ਕਰਨਾ ਹੈ ਕਿ ਜੋ ਵੀ ਪੋਜ਼ੀਟਿਵ sentences, make a list of feel good sentences that you will say to yourself every day when you wake up in the morning and before you go to bed. For example, you can think of something that you are really proud of। ਤੁਸੀਂ ਕੀ ਕਰਨਾ ਹੈ, ਲਿਸਟ ਬਣਾਉਣੀ ਹੈ ਪੇਜ ਥੋੜ੍ਹੀ ਉਸ ਸੈਂਟੈਂਸਿਸ ਦੀ ਜਿਹੜੇ ਤੁਸੀਂ ਆਪਣੇ ਆਪ ਨੂੰ ਦਿਨ ਭਰ ਬੋਲਦੇ ਹੋ ਆਪਣੇ ਆਪ ਨੂੰ ਪੋਜ਼ੀਟਿਵ ਰੱਖਣ ਦੇ ਲਈ। ਠੀਕ ਹੈ। ਅ ਕੰਪਲੀਮੈਂਟ ਯੂ ਹੈਵ ਰਿਸੀਵਡ ਫਰੋਮ ਸਮਥਿੰਗ ਦੈਟ ਡੇ ਔਰ ਦ ਪ੍ਰੀਵੀਅਸ ਡੇ, ਜਾਂ ਫਿਰ ਕੁਛ ਕੰਪਲੀਮੈਂਟਸ ਜੋ ਤੁਹਾਨੂੰ ਉਸ ਦਿਨ ਜਾਂ ਫਿਰ ਪਿਛਲੇ ਦਿਨਾਂ ਵਿੱਚ ਕਿਸੇ ਨਾ ਕਿਸੇ ਤੋਂ ਮਿਲੇ ਹਨ, ਉਹ ਵੀ ਉਸ ਸ਼ੀਟ ਦੇ ਉੱਪਰ ਤੁਸੀਂ ਲਿਖਣਾ ਹੈ। ਉਹ ਚੀਜ਼ ਕੀ ਹੈ, ਤੁਹਾਡੇ ਵਿੱਚ ਇੱਕ ਨਾ ਪੋਜ਼ੀਟਿਵ ਐਟੀਟਿਊਡ ਅਤੇ ਤੁਹਾਡੇ ਵਿੱਚ ਕੌਨਫੀਡੈਂਸ ਲੈਂਦੀ ਕਿ ਹਾਂ ਯਾਰ ਮੈਂ ਕੁਛ ਅਚੀਵ ਵੀ ਕੀਤਾ ਹੈ ਜ਼ਿੰਦਗੀ ਦੇ ਵਿੱਚ ਅਤੇ ਮੈਨੂੰ ਕਿਸੇ ਨੇ ਐਪਰੀਸ਼ੀਏਟ ਕੀਤਾ ਕਿਸੇ ਚੀਜ਼ ਦੇ ਲਈ। ਐਪਰੀਸ਼ੀਏਸ਼ਨ ਸਾਨੂੰ ਵੈਸੇ ਵੀ ਜੇ ਤੁਹਾਨੂੰ ਕਿਸੇ ਦੇ ਵਿੱਚ ਚੰਗੀ ਚੀਜ਼ ਲੱਗਦੀ ਹੈ ਤਾਂ ਤੁਸੀਂ ਉਹਨੂੰ ਐਪਰੀਸ਼ੀਏਟ ਕਰੋ। ਜੇ ਤੁਹਾਨੂੰ ਕਿਸੇ ਦੇ ਵਿੱਚ ਬੁਰਾ ਲੱਗਦਾ ਹੈ ਅਤੇ ਐਪਰੀਸ਼ੀਏਟ ਨਾ ਕਰੋ ਬਟ ਕੁਛ ਨਾ ਕਹੋ। ਠੀਕ ਹੈ, ਕੁਛ ਨਾ ਕਹੋ, ਇਵੇਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨੂੰ ਬੁਰਾ ਵੀ ਨਾ ਲੱਗੇ। ਬਟ ਹਾਂ, ਜੇ ਤੁਹਾਨੂੰ ਕਿਸੇ ਵਿੱਚ ਅੱਛੀ ਚੀਜ਼ ਲੱਗਦੀ ਹੈ ਤਾਂ ਐਪਰੀਸ਼ੀਏਟ ਕਰੋ ਵੀ, ਅਤੇ ਜੇ ਤੁਹਾਨੂੰ ਕੋਈ ਐਪਰੀਸ਼ੀਏਟ ਕਰਦਾ ਹੈ ਤਾਂ ਉਹਨੂੰ ਉਹਦੇ ਤੋਂ ਵਧੀਆ ਫੀਲ ਕਰੋ, ਗੁੱਡ ਫੀਲ ਕਰੋ, ਕਿਉਂਕਿ ਉਹਦੇ ਨਾਲ ਤੁਹਾਡੇ ਵਿੱਚ ਇੱਕ ਕੌਨਫੀਡੈਂਸ, ਇੱਕ ਪੋਜ਼ੀਟਿਵ ਕੌਨਫੀਡੈਂਸ ਆਉਂਦਾ ਹੈ। ਠੀਕ ਹੈ। ਦੈਟ ਇਜ਼ our second activity. I hope you had learned something from my video and you are liking it. And the next slide is for factors responsible to decrease self confidence। ਕਿਹੜੇ ਫੈਕਟਰਸ ਹਨ ਜਿਹੜੇ ਕਿ ਸਾਡਾ ਸੈਲਫ ਕੌਨਫੀਡੈਂਸ ਡਿਕਰੀਜ਼ ਕਰਦੇ ਹਨ? ਜਿਵੇਂ ਕਿ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ। ਠੀਕ ਹੈ। ਜਾਂ ਫਿਰ ਤੁਸੀਂ ਕਿਸੇ ਚੀਜ਼ 'ਤੇ ਮਿਸਟੇਕ ਕਰਦੇ ਹੋ ਤਾਂ ਤੁਸੀਂ ਸੋਚਦੇ ਹੋ ਕਿ ਹਾਂ ਯਾਰ ਮੈਂ ਗਲਤੀ ਕਰ ਲਈ ਹੈ, ਆਪਣੇ ਆਪ 'ਚ ਬੁਰਾ ਫੀਲ ਕਰਦੇ ਹੋ। ਇਵੇਂ ਨਹੀਂ ਕਰਨਾ, ਪੋਜ਼ੀਟਿਵ ਥਿੰਕਿੰਗ ਰੱਖੋ ਆਪਣੀ। ਜਾਂ ਫਿਰ ਵੈਨ ਯੂ ਐਕਸਪੈਕਟ ਟੂ ਬੀ ਸਕਸੈਸਫੁਲ ਐਟ ਸਮ ਪੁਆਇੰਟ ਇਟਸੈਲਫ ਐਂਡ ਡੂ ਨਾਟ ਟਰਾਈ ਅਗੇਨ। ਤੁਸੀਂ ਸੋਚਦੇ ਹੋ ਕਿ ਮੈਨੂੰ ਇੱਕ ਹੀ ਅਟੈਂਪਟ ਦੇ ਵਿੱਚ ਕੋਈ ਸਕਸੈਸ ਮਿਲ ਜਾਵੇ ਤਾਂ ਤੁਸੀਂ ਅੱਗੇ ਕੋਸ਼ਿਸ਼ ਹੀ ਨਹੀਂ ਕਰਦੇ। ਜੇ ਤੁਸੀਂ ਫੇਲ ਹੋ ਜਾਂਦੇ ਤਾਂ ਤੁਸੀਂ ਅੱਗੇ ਕੋਸ਼ਿਸ਼ ਹੀ ਨਹੀਂ ਕਰਦੇ। ਜਾਂ ਫਿਰ ਤੁਸੀਂ ਨੈਗੇਟਿਵ ਪਰਸਨਸ ਦੇ ਨਾਲ ਸਰਾਊਂਡਡ ਹੋ ਫਿਰ ਵੀ। ਠੀਕ ਹੈ। ਨੈਗੇਟਿਵਿਟੀ ਦੇ ਕੋਲ ਰਹੋ ਹੀ ਨਾ, ਨੈਗੇਟਿਵ ਪਰਸਨਸ ਦੇ ਕੋਲ ਵੀ ਨਾ ਬੈਠੋ ਕਿਉਂਕਿ ਉਹਦੇ ਨਾਲ ਤੁਹਾਡੇ ਵਿੱਚ ਨੈਗੇਟਿਵਿਟੀ ਆਉਂਦੀ ਹੈ। ਪੋਜ਼ੀਟਿਵ ਥਿੰਕਿੰਗ, ਪੋਜ਼ੀਟਿਵ ਥਿੰਕਿੰਗ ਅਗੇਨ ਮੈਂ ਪਿਛਲੀ ਸਲਾਈਡਸ ਦੇ ਵਿੱਚ ਪੋਜ਼ੀਟਿਵ ਥਿੰਕਿੰਗ ਬਾਰੇ ਕਾਫੀ ਕੁਛ ਕਹਿ ਚੁੱਕੀ ਹਾਂ। ਉਹੀ ਚੀਜ਼ਾਂ ਕਿ ਤੁਸੀਂ ਆਪਣੇ ਆਪ ਨੂੰ ਪੋਜ਼ੀਟਿਵ ਰੱਖੋ, ਕਿਉਂਕਿ ਜਾਂ ਤਾਂ ਅਸੀਂ ਪੋਜ਼ੀਟਿਵ ਥਿੰਕਿੰਗ ਪਰਸਨ ਹਾਂ ਜਾਂ ਤਾਂ ਅਸੀਂ ਨੈਗੇਟਿਵ ਥਿੰਕਿੰਗ ਪਰਸਨ ਹਾਂ, ਅਤੇ ਕੋਸ਼ਿਸ਼ ਕਰੋ ਆਪਣੇ ਆਪ ਨੂੰ ਪੋਜ਼ੀਟਿਵ ਪਰਸਨ ਰੱਖੋ। ਜੀ ਸਾਡੀ ਨੈਕਸਟ ਸਲਾਈਡ ਹੈ ਹਾਊ ਟੂ ਕੀਪ ਯੋਰ ਥਿੰਕਿੰਗ ਪੋਜ਼ੀਟਿਵ। ਕੁਇਕਲੀ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਪੋਜ਼ੀਟਿਵ ਬਣਾ ਸਕਦੇ ਹਾਂ। ਜਿਵੇਂ ਕਿ ਸਟਾਰਟ ਯੋਰ ਡੇ ਇਨ ਅ ਪੋਜ਼ੀਟਿਵ ਵੇ,
ਕਹਿੰਦੇ ਕਿ ਜੇ ਤੁਸੀਂ ਮਾਰਨਿੰਗ ਦੇ ਵਿੱਚ ਇੱਕ ਫਰੈਸ਼ ਮਾਈਂਡ ਦੇ ਨਾਲ ਪੋਜ਼ਿਟਿਵਿਟੀ ਦੇ ਨਾਲ ਉੱਠਦੇ ਹੋ ਨਾ ਤਾਂ ਤੁਹਾਡਾ ਸਾਰਾ ਦਿਨ ਪੋਜ਼ਿਟਿਵ ਰਹਿੰਦਾ ਹੈ। ਅਦਰਵਾਈਜ਼ ਕੀ ਹੁੰਦਾ ਹੈ ਕਿ ਜੇ ਤੁਸੀਂ ਮੁਰਝਾਏ ਹੋਏ ਚਿਹਰੇ ਦੇ ਨਾਲ ਉੱਠੋਗੇ ਨਾ ਤਾਂ ਤੁਹਾਡਾ ਸਾਰਾ ਦਿਨ ਉਦਾਸ ਅਤੇ ਮੁਰਝਾਇਆ ਹੋਇਆ ਹੀ ਰਹੇਗਾ। ਠੀਕ ਹੈ, ਤਾਂ ਸਾਡਾ ਸਾਰਾ ਦਿਨ ਬੋਰਿੰਗ ਰਹਿੰਦਾ ਹੈ, ਵਧੀਆ ਫੀਲਿੰਗ ਨਹੀਂ ਆਉਂਦੀ। ਸਾਨੂੰ ਆਪਣੇ ਮੈਨੇਜ ਟਾਈਮ ਟੂ ਰਿਲੈਕਸ, ਸਾਨੂੰ ਆਪਣਾ ਟਾਈਮ ਮੈਨੇਜ ਕਰਨਾ ਚਾਹੀਦਾ, ਕਿਵੇਂ ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰੋ, ਕਿਸ ਟਾਈਮ 'ਤੇ ਮੈਡੀਟੇਸ਼ਨ ਕਰੋ, ਕਿਉਂਕਿ ਫਰੈਸ਼ ਮਾਈਂਡ ਦੇ ਨਾਲ ਤੁਹਾਡੀ ਬੋਡੀ ਜ਼ਿਆਦਾ ਫਰੈਸ਼ ਵਰਕ ਕਰਦੀ ਹੈ। ਜਾਂ ਇਮੈਜਿਨ ਦਾ ਬੈਸਟ ਇਨ ਐਨੀ ਸਿਚੁਏਸ਼ਨ, ਹਰ ਸਿਚੁਏਸ਼ਨ ਦੇ ਵਿੱਚ ਕੁਝ ਪੋਜ਼ੀਟਿਵ ਸੋਚਣ ਦੀ ਕੋਸ਼ਿਸ਼ ਕਰੋ, ਨੈਗੇਟਿਵਿਟੀ ਤੋਂ ਦੂਰ ਰਹੋ। ਅਗੇਨ ਅਗੇਨ ਮੈਂ ਇੱਕ ਹੀ ਗੱਲ ਕਹਿ ਰਹੀ ਹਾਂ, ਨੈਗੇਟਿਵਿਟੀ ਤੋਂ ਦੂਰ ਰਹੋ। ਲਰਨ ਟੂ ਟੇਕ ਫੀਡਬੈਕ ਇਨ ਅ ਪੋਜ਼ੀਟਿਵ ਵੇ। ਜੇਕਰ ਤੁਹਾਨੂੰ ਕੋਈ ਵਧੀਆ ਤਰੀਕੇ ਨਾਲ ਐਪਰੀਸ਼ੀਏਟ ਕਰਦਾ ਹੈ ਤਾਂ ਖੁਸ਼ ਹੋ ਕੇ ਉਸਨੂੰ ਇੰਜੋਏ ਕਰੋ ਕਿ ਤੁਹਾਨੂੰ ਕਿਸੇ ਨੇ ਐਪਰੀਸ਼ੀਏਟ ਕੀਤਾ ਹੈ। ਠੀਕ ਹੈ, ਇਵੇਂ ਨਾ ਕਰੋ ਕਿ ਉਦਾਸੀ ਜਿਹੇ ਚਿਹਰੇ ਦੇ ਨਾਲ, ਮੁਰਝਾਏ ਹੋਏ ਚਿਹਰੇ ਦੇ ਨਾਲ ਨਾ ਸ਼ੋਅ ਕਰੋ ਕਿ ਤੁਸੀਂ ਖੁਸ਼ ਹੋਏ ਹੋ ਐਪਰੀਸ਼ੀਏਸ਼ਨ 'ਤੇ, ਨਾ ਸ਼ੋਅ ਕਰੋ ਕਿ ਤੁਸੀਂ ਜ਼ਿਆਦਾ ਖੁਸ਼ ਨਹੀਂ ਹੋਏ। ਖੁਸ਼ ਹੋਵੋ, ਕੋਈ ਐਪਰੀਸ਼ੀਏਟ ਕਰ ਰਿਹਾ ਤੁਹਾਨੂੰ ਤਾਂ ਇੰਜੋਏ ਕਰੋ ਇਸ ਚੀਜ਼ ਨੂੰ। ਐਕਸਪ੍ਰੈਸ ਗ੍ਰੈਟੀਟਿਊਡ, ਜੇ ਤੁਹਾਡੀ ਕੋਈ ਤੁਹਾਨੂੰ ਕੋਈ ਉਹੀ ਗੱਲ ਕਿ ਜੇਕਰ ਤੁਹਾਡੇ ਲਈ ਕੋਈ ਕੁਛ ਕਰਦਾ ਹੈ ਅਤੇ ਉਸ ਚੀਜ਼ ਨੂੰ, ਉਸ ਦਾ ਉਭਾਰ ਜ਼ਰੂਰ ਵਿਅਕਤ ਕਰੋ। ਉਸ ਚੀਜ਼ ਨੂੰ ਤੁਸੀਂ ਇਹ ਜ਼ਰੂਰ ਸੋਚੋ ਕਿ ਹਾਂ ਤੁਹਾਡੇ ਵਾਸਤੇ ਕਿਸੇ ਨੇ ਕੁਛ ਕੀਤਾ ਹੈ, ਉਸ ਚੀਜ਼ ਨੂੰ ਯਾਦ ਰੱਖੋ, ਉਸ ਚੀਜ਼ ਨੂੰ ਐਪਰੀਸ਼ੀਏਟ ਕਰੋ। ਠੀਕ ਹੈ, ਨੈਕਸਟ ਇਜ਼ ਗਰੂਮਿੰਗ। ਗਰੂਮਿੰਗ ਮੀਨਸ ਡਰੈਸਿੰਗ ਯੋਰ ਸੈਲਫ, ਔਰ ਤੁਹਾਡੀ ਬੋਡੀ ਲੈਂਗੁਏਜ ਜਾਂ ਫਿਰ ਤੁਹਾਡੀ ਹਾਵ ਭਾਵ ਐਕਸਪ੍ਰੈਸ਼ਨਸ, ਕਿਉਂਕਿ ਤੁਹਾਡੀ ਬੋਡੀ ਲੈਂਗੁਏਜ, ਤੁਹਾਡੀ ਡਰੈਸਿੰਗ ਅੱਜ ਦੇ ਟਾਈਮ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇਫ ਯੂ ਆਰ ਵੈਲ ਡਰੈਸਡ, ਯੂ ਹੈਵ ਅ ਗੁੱਡ ਬੋਡੀ ਲੈਂਗੁਏਜ ਐਂਡ ਯੂ ਆਰ ਮੇਕਿੰਗ ਯੋਰ ਸੈਲਫ ਇਨ ਅ ਵੈਰੀ ਜੈਂਟਲ ਵੇ, ਦੈਨ ਔਰਗਨਾਈਜੇਸ਼ਨ ਲਾਈਫ ਦੇ ਵਿੱਚ ਜਾਂ ਫਿਰ ਸਕੂਲਸ, ਕਾਲਜਿਸ, ਕੰਪਨੀਜ਼, ਕਿਤੇ ਵੀ, ਠੀਕ ਹੈ, ਜੋਬ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵਧੀਆ ਤਰੀਕੇ ਦੇ ਨਾਲ ਪ੍ਰੋਜੈਕਟ ਕਰ ਸਕਦੇ ਹੋ। ਤੁਸੀਂ ਕੌਨਫੀਡੈਂਟ ਸ਼ੋ ਹੁੰਦੇ ਹੋ। ਤੁਹਾਡੇ ਕਲੋਥਸ, ਤੁਹਾਡੇ ਹੇਅਰ, ਤੁਹਾਡੇ ਫੇਸ਼ੀਅਲ ਐਕਸਪ੍ਰੈਸ਼ਨਸ ਸਾਰੇ ਬੜੇ ਇੰਪੋਰਟੈਂਟ ਰੋਲ ਪਲੇ ਕਰਦੇ ਹਨ। ਠੀਕ ਹੈ, ਸੋ ਦੈਟ ਇਜ਼ ਆਰ ਲਾਸਟ ਸਲਾਈਡ ਐਂਡ ਦੈਨ ਸਮਰੀ। ਮੇਰੇ ਅਕੋਰਡਿੰਗ ਸੈਲਫ ਮੈਨੇਜਮੈਂਟ ਸਕਿੱਲ ਜਿਹੜਾ ਹੈ ਨਾ, ਉਹ ਸਾਡੇ ਵਿੱਚ ਇੱਕ ਪੋਜ਼ੀਟਿਵ ਐਟੀਟਿਊਡ ਸ਼ੋ ਕਰਦਾ ਹੈ। ਸਾਡੇ ਵਿੱਚ ਇੱਕ ਪੋਜ਼ੀਟਿਵਿਟੀ ਲੈ ਕੇ ਆਉਂਦਾ ਹੈ, ਸਾਡੀ ਲਾਈਫ ਦੇ ਵਿੱਚ ਪੋਜ਼ੀਟਿਵਿਟੀ ਲੈ ਕੇ ਆਉਂਦਾ ਹੈ, ਅਤੇ ਸਾਡਾ ਪੋਜ਼ੀਟਿਵ ਐਟੀਟਿਊਡ ਸਾਨੂੰ ਇੱਕ ਪੋਜ਼ੀਟਿਵ ਪਰਸਨ ਬਣਾਉਂਦਾ ਹੈ। ਅਤੇ ਸਾਡੀ ਪੋਜ਼ੀਟਿਵਿਟੀ ਹਰ ਜਗ੍ਹਾ ਸਾਨੂੰ ਖੁਸ਼ੀਆਂ ਹੀ ਖੁਸ਼ੀਆਂ ਦਿੰਦੀ ਹੈ। ਠੀਕ ਹੈ, ਸਟੇ ਅਵੇ ਫਰੋਮ ਨੈਗੇਟਿਵ ਪਰਸਨਸ ਐਂਡ ਨੈਗੇਟਿਵਿਟੀ, ਬੀ ਕੌਨਫੀਡੈਂਟ, ਬੀ ਮੋਟੀਵੇਸ਼ਨਲ and be controlled. ठीक है, self controlled. Thank you so much. Thank you.